सिख फौजियां ਲਈ ਹੈਲਮਟ ਦੇ ਫੈਸਲੇ ਖਿਲਾਫ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ। ਮਸਲੇ ਦੇ ਹੱਲ ਲਈ ਮੰਗਿਆ ਪੀਐਮ ਦਾ ਦਖਲ। ਕਿਹਾ ਕੇਂਦਰ ਦਾ ਫੈਸਲਾ ਸਿੱਖ ਸਿਧਾਂਤਾਂ ਤੇ ਮਰਿਆਦਾ ਦੇ ਉਲਟ। बीसीएस ਐਸੋਸੀਏਸ਼ਨ ਦਾ ਵੱਡਾ ਫੈਸਲਾ, ਇਸ ਸ਼ਨੀਵਾਰ ਤੇ ਐਤਵਾਰ ਵੀ ਕਰਨਗੇ ਕੰਮ। ਸਮੂਹਿਕ ਹੜਤਾਲ ਕਰਕੇ ਲਟਕ ਗਏ ਸੀ ਪਬਲਿਕ ਦੇ ਕੰਮ, ਲੋਕਾਂ ਦੀ ਸਹੂਲਤ ਲਈ ਲਿਆ ਫੈਸਲਾ। ਕੱਚੇ ਮੁਲਾਜ਼ਮਾਂ ਨੂੰ ਲੋਹੜੀ ਦਾ ਤੋਹਫਾ, 6000 ਤੋਂ ਵੱਧ ਮੁਲਾਜ਼ਮ ਹੋਣਗੇ ਪੱਕੇ। ਸੀਐਮ ਮਾਨ ਨੇ ਕੀਤਾ ਐਲਾਨ। ਕਿਹਾ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਰਸਤਾ ਹੋਇਆ ਸਾਫ਼। ਹੁਣ WhatsApp ਨੰਬਰ ਤੇ ਵੀ ਹੋ ਸਕੇਗੀ ਬਿਜਲੀ ਨਾਲ ਜੁੜੀ ਸ਼ਿਕਾਇਤ। ਬਿਜਲੀ ਮੰਤਰੀ ਨੇ WhatsApp ਨੰਬਰ ਕੀਤਾ ਜਾਰੀ। ਨੋ ਸਪਲਾਈ ਦਾ ਮੈਸੇਜ ਭੇਜ ਕੇ ਦਰਜ ਹੋ ਸਕੇਗੀ ਸ਼ਿਕਾਇਤ। ਫਰੀਦਾਬਾਦ ਦੀਆਂ ਸੜਕਾਂ ਤੇ ਅਮੀਰਜ਼ਾਦਿਆਂ ਦੀ ਹੁੱਲੜਬਾਜ਼ੀ, 15 ਤੋਂ 20 ਗੱਡੀਆਂ ਨਾਲ ਸੜਕਾਂ ਤੇ ਮਚਾਇਆ ਹੁੜਦੰਗ। ਗੱਡੀਆਂ ਦੀਆਂ ਤਾਕੀਆਂ ਤੇ ਬੈਠ ਕੇ ਕਰੀਬ 2 ਘੰਟੇ ਤੱਕ ਸੜਕਾਂ ਤੇ ਕੀਤੇ ਸਟੰਟ। ਪੰਜਾਬੀ ਫਿਲਮ ਪ੍ਰੋਡਿਊਸਰ ਤੇ ਉਸਦੀ ਮਹਿਲਾ ਸਾਥੀ ਨੂੰ ਮੋਹਾਲੀ ਪੁਲਿਸ ਨੇ ਕੀਤਾ ਗ੍ਰਿਫਤਾਰ। ਫਿਲਮਾਂ ਬਣਾਉਣ ਦੇ ਨਾਂ ਤੇ ਕਈ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰਨ ਦੇ ਇਲਜ਼ਾਮ। ਹਾਕੀ ਵਰਲਡ ਕੱਪ 'ਚ ਟੀਮ ਇੰਡੀਆ ਤੇ ਸਪੇਨ ਵਿਚਾਲੇ ਮੁਕਾਬਲਾ ਜਾਰੀ। ਟੀਮ ਇੰਡੀਆ 1-0 ਨਾਲ ਅੱਗੇ। ਪੰਜਾਬ ਭਰ 'ਚ ਲੋਹੜੀ ਦੇ ਤਿਉਹਾਰ ਦੀ ਧੂਮ, ਨੱਚ ਗਾ ਕੇ ਮਨਾਈਆਂ ਖੁਸ਼ੀਆਂ। ਪਤੰਗਬਾਜ਼ੀ ਦਾ ਵੀ ਦਿਖਿਆ ਖੁਮਾਰ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ। ਤੇ ਸ਼ੁਰੂਆਤ ਇੱਕ ਅਜਿਹੀ ਖਬਰ ਨਾਲ ਜੋ ਸਿੱਧੀ ਆਮ ਜਨਤਾ ਦੇ ਨਾਲ ਜੁੜੀ ਹੋਈ ਹੈ। ਜੇ ਤੁਹਾਨੂੰ ਬਿਜਲੀ ਸੰਬੰਧੀ ਕੋਈ ਵੀ ਸ਼ਿਕਾਇਤ ਆ ਰਹੀ ਹੈ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ। ਇਸ ਲਈ ਬਿਜਲੀ ਮੰਤਰੀ ਵੱਲੋਂ ਇੱਕ WhatsApp ਨੰਬਰ ਜਾਰੀ ਕੀਤਾ ਗਿਆ ਹੈ ਜਿਸ ਤੇ ਤੁਸੀਂ ਕਿਸੇ ਵੇਲੇ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਤੇ ਤੁਹਾਡੀ ਮੁਸ਼ਕਿਲ ਦਾ ਤੁਰੰਤ ਹੱਲ ਵੀ ਹੋਏਗਾ। ਨੰਬਰ ਕੀ ਹੈ ਤੇ ਕਿਸ ਤਰੀਕੇ ਨਾਲ ਸ਼ਿਕਾਇਤ ਦਰਜ ਕਰਵਾਈ ਜਾ ਸਕੇਗੀ, ਇਸ ਰਿਪੋਰਟ 'ਚ ਦਿਖਾਉਣੀ ਹੈ। ਜੇਕਰ ਤੁਹਾਡੇ ਘਰ ਬਿਜਲੀ ਨਹੀਂ ਆ ਰਹੀ, ਲੰਬਾ ਕੱਟ ਲੱਗਿਆ ਹੋਇਆ ਤੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਕਿ ਬਿਜਲੀ ਕਦੋਂ ਆਵੇਗੀ, ਸਮੱਸਿਆ ਦਾ ਹੱਲ ਕਦੋਂ ਹੋਵੇਗਾ, ਤਾਂ ਤੁਹਾਨੂੰ ਹਰ ਸਵਾਲ ਦਾ ਜਵਾਬ ਮਿਲੇਗਾ ਕਿਉਂਕਿ ਬਿਜਲੀ ਮੰਤਰੀ ਹਰਭਜਨ ਸਿੰਘ ETO ਨੇ ਇਸ ਦਾ ਹੱਲ ਕੱਢ ਲਿਆ ਜਿਸ ਨਾਲ ਤੁਸੀਂ ਘਰ ਬੈਠੇ ਬਿਜਲੀ ਸੰਬੰਧੀ ਕੋਈ ਵੀ ਸ਼ਿਕਾਇਤ ਦਰਜ ਕਰਵਾ ਸਕੋਗੇ। ਜਿਸ ਨੂੰ ਮੁੱਖ ਰੱਖਦੇ ਹੋਏ ਬਿਜਲੀ ਸੰਬੰਧੀ ਸ਼ਿਕਾਇਤਾਂ ਦੇ ਹੱਲ ਦੇ ਲਈ WhatsApp ਨੰਬਰ ਜਾਰੀ ਕੀਤਾ ਗਿਆ। ਖੁਦ ਬਿਜਲੀ ਮੰਤਰੀ ਹਰਭਜਨ ਸਿੰਘ ETO ਨੇ ਇਹ ਨੰਬਰ ਜਾਰੀ ਕੀਤਾ। ਉਪਭੋਗਤਾ ਹੁਣ 9641 01912 ਨੰਬਰ ਉੱਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ ਤੇ ਤੁਰੰਤ ਹੱਲ ਵੀ ਹੋਵੇਗਾ। ਸ਼ਿਕਾਇਤ ਕਰਨ ਦੇ ਲਈ ਤੁਸੀਂ ਲਿਖਣਾ ਹੋਵੇਗਾ ਨੋ ਸਪਲਾਈ ਤੇ ਫਿਰ ਜਾਰੀ ਕੀਤੇ ਇਸ ਨੰਬਰ ਤੇ WhatsApp ਕਰਨਾ ਹੋਵੇਗਾ। ਤੇ ਜੇ ਖਪਤਕਾਰ ਦਾ ਮੋਬਾਈਲ ਨੰਬਰ PSPCL ਦੇ ਕੋਲ ਰਜਿਸਟਰਡ ਨਹੀਂ ਹੈ ਤਾਂ ਉਹਨਾਂ ਨੂੰ ਕਿਸੇ ਹੋਰ ਵਿਕਲਪ ਦੇ ਰਾਹੀਂ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਮੈਸੇਜ ਭੇਜਿਆ ਜਾਵੇਗਾ। ਜਿਸ ਨੰਬਰ ਤੋਂ ਇੱਕ ਵਾਰ ਸ਼ਿਕਾਇਤ ਦਰਜ ਹੋਵੇਗੀ ਤਾਂ ਉਪਭੋਗਤਾ ਆਪਣੇ ਆਪ ਸਿਸਟਮ ਦੇ ਨਾਲ ਰਜਿਸਟਰ ਹੋ ਜਾਵੇਗਾ। ਇੱਕ WhatsApp ਨੰਬਰ ਜਾਰੀ ਕੀਤਾ ਜਿਹਦੇ ਵਿੱਚ ਲੋਕ ਕੰਜ਼ਿਊਮਰ ਸਾਡੇ ਉਹ ਇੱਕ ਮੈਸੇਜ ਨੋ ਸਪਲਾਈ ਲਿਖ ਕੇ ਕਰ ਸਕਦੇ ਨੇ। ਨੋ ਸਪਲਾਈ ਕਿ ਸਾਡੇ ਘਰ ਦੀ ਸਪਲਾਈ ਜਿਹੜੀ ਆ ਉਹ ਬੰਦ ਆ। ਨੰਬਰ ਆ 9646101912। ਇਹਦੇ ਤੇ ਅਸੀਂ WhatsApp ਮੈਸੇਜ ਕਰ ਸਕਦੇ ਆ ਨੋ ਸਪਲਾਈ ਲਿਖ ਕੇ। ਫੌਰਨ ਉਹ ਜਿਹੜਾ ਐਜ਼ ਏ ਕੰਪਲੇਂਟ ਤੁਹਾਡੇ ਨੰਬਰ ਤੋਂ ਜਿਹੜਾ ਆ ਉਹ PSPCL ਕੋਲ ਰਜਿਸਟਰ ਹੋ ਜਾਏਗਾ। ਸੋ ਬਿਜਲੀ ਮੰਤਰੀ ਵੱਲੋਂ ਜਾਰੀ ਕੀਤੇ ਨਵੇਂ ਨੰਬਰ ਦੇ ਨਾਲ ਆਮ ਜਨਤਾ ਨੂੰ ਵੱਡੀ ਸਹੂਲਤ ਮਿਲੇਗੀ ਕਿਉਂਕਿ ਆਮ ਲੋਕਾਂ ਦੀਆਂ ਬਿਜਲੀ ਸੰਬੰਧੀ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਹੁੰਦੀਆਂ ਨੇ ਤੇ ਨਵੇਂ ਨੰਬਰ ਦੇ ਨਾਲ ਜਿੱਥੇ ਸ਼ਿਕਾਇਤ ਦਰਜ ਕਰਵਾਉਣ ਦੇ ਵਿੱਚ ਆਸਾਨੀ ਹੋਵੇਗੀ ਉੱਥੇ ਸਮੱਸਿਆ ਦਾ ਵੀ ਤੁਰੰਤ ਹੱਲ ਹੋਵੇਗਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।
ਤੇ ਅਗਲੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਲੋਹੜੀ ਦਾ ਤੋਹਫਾ ਦਿੱਤਾ ਗਿਆ ਹੈ, ਯਾਨੀ ਉਹਨਾਂ ਦੀ ਨੌਕਰੀ ਪੱਕੀ ਹੋਣ ਵਾਲੀ ਹੈ ਔਰ ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਨੇ ਟਵੀਟ ਕਰਕੇ ਦਿੱਤੀ ਹੈ। 6000 ਤੋਂ ਵੱਧ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਸੀਐਮ ਨੇ ਟਵੀਟ ਕਰਕੇ ਇਹ ਦੱਸਿਆ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ ਔਰ ਜਲਦ ਹੀ ਸਰਕਾਰ ਵੱਲੋਂ ਇਸ ਬਾਬਤ ਵੇਰਵੇ ਸਾਂਝੇ ਕੀਤੇ ਜਾਣਗੇ। ट्वीट किया है मुख्य मंत्री ने और ट्वीट दे विच सीएम ने लिखा है कि अज लोहड़ी के त्योहार मौके एक होर खुशखबरी तुहाडे नाल सांझी कर रहा हाँ। साडी सरकार लगातार लोक पक्षी फैसले लै रही है ते इसे कड़ी च 6000 तो वध कच्चे मुलाजमां नूं पक्के करन दा रस्ता साफ हो गया है। वेरवे जल्दी, लोहड़ी दियां बहुत बहुत मुबारक। ਤੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਸਿੱਖ ਫੌਜੀਆਂ ਲਈ ਹੈਲਮਟ ਦੀ ਤਜਵੀਜ਼ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਦਾ ਦਖਲ ਮੰਗਿਆ ਹੈ। ਪੀਐਮ ਨੂੰ ਇੱਕ ਚਿੱਠੀ ਲਿਖੀ ਹੈ ਇਸ ਮਸਲੇ ਤੇ ਔਰ ਸੀਐਮ ਨੇ ਕਿਹਾ ਹੈ ਕਿ ਸਿੱਖ ਫੌਜੀਆਂ ਦੇ ਲਈ ਹੈਲਮਟ ਦਾ ਫੈਸਲਾ ਜਿਹੜਾ ਹੈ ਇਸ ਤੇ ਪੁਨਰ ਵਿਚਾਰ ਕੀਤੀ ਜਾਵੇ, ਇਸ ਨੂੰ ਵਾਪਸ ਲਿਆ ਜਾਵੇ। ਉਹਨਾਂ ਕਿਹਾ ਕਿ ਇਹ ਕਠੋਰ ਤੇ ਅਸੰਵੇਦਨਸ਼ੀਲ ਫੈਸਲਾ ਹੈ, ਸਿੱਖ ਮਰਿਆਦਾ ਤੇ ਸਿਧਾਂਤਾਂ ਦੇ ਉਲਟ ਫੈਸਲਾ ਹੈ। ਇਹ ਗੱਲ ਸੁਖਬੀਰ ਬਾਦਲ ਵੱਲੋਂ ਕਹੀ ਗਈ ਹੈ और इस बाबत उन्होंने प्रधानमंत्री नरेंद्र मोदी को चिट्ठी लिखी है और यह फैसला वापस लैन की अपील की गई है। ते सिख फौजियों लिए हेलमेट वाले केंद्र के फैसले का पंजाब कांग्रेस वालों भी विरोध किया गया है। अब ये जो फैसला आया है कि एक हेलमेट पहनो, ये हमारा हेलमेट नहीं है, ये हमारे गुरु ने हमारी सुरक्षा के लिए अपनी जब सेना तैयार करी तो उन्होंने कहा कि ये भी पहनना बहुत जरूरी है। इससे ना केवल ये सरदारों का चिन्ह है, इसके साथ साथ ये हमारी सुरक्षा भी करता है, पगड़ी करती है। तो मेरे को लगता है कि इस प्रकार का ये कहना, हाँ ठीक है आप पहनाइए जिसको हेलमेट पहनाना, लेकिन सरदारों के लिए जो पगड़ीधारी हैं, जो सिख हैं, अगर वो पगड़ी बांध रहा है तो उसके लिए ऑप्शनल होना, उसके लिए बिल्कुल ये नहीं होना चाहिए कि वो हेलमेट पहनेगा, वो अपनी सरदार अपनी पगड़ी पहनेगा। पहली गल तो जथेदार साहब के लिखण तो पहला गवर्नमेंट ऑफ इंडिया नूं जिहड़ियां फॉरेन कंट्रीज़ ने, अमेरिका, इंग्लैंड ਜਾਂ ਕੈਨੇਡਾ ਦੀ ਜਿਹੜੀ ਆਰਮੀ ਆ ਉਹਦੇ ਵਿੱਚ ਵੀ ਹੈਲਮਟ ਜਿਹੜਾ ਉਹ ਕੰਪਲਸਰੀ ਨਹੀਂ ਕੀਤਾ ਗਿਆ ਤੇ ਇਹ ਹਿੰਦੁਸਤਾਨ ਦੇ ਵਿੱਚ ਇਸੇ ਕਰਕੇ ਜਿਹੜੀ ਯਾਤਰਾ ਸੀ ਕੱਢੀ ਆ ਕਿ ਭਾਰਤ ਜੋੜੋ ਯਾਤਰਾ, ਇਹ ਚੀਜ਼ਾਂ ਜਿਹੜੀਆਂ ਨਹੀਂ ਉੱਠਣੀਆਂ ਚਾਹੀਦੀਆਂ। ਕੋਈ ਵੀ ਫਿਰਕਾ ਜੇ ਅੱਜ ਤੱਕ 62 ਦੀ ਵਾਰ ਅਸੀਂ ਲੜੀ, 65 ਦੀ ਲੜੀ, 71 ਦੀ ਲੜੀ, ਕਾਰਗਿਲ ਦੀ ਲੜੀ, ਕਿਤੇ ਹੈਲਮਟ ਦੀ ਕੋਈ ਗੱਲ ਨਹੀਂ ਆਈ। ਤੇ ਜਦੋਂ ਇਹੋ ਜਿਹੀਆਂ ਚੀਜ਼ਾਂ ਉੱਠਣ ਲੱਗਦੀਆਂ ਨੇ, ਇਹਦਾ ਸਟਰੋਂਗਲੀ ਮੈਂ ਕੰਡੈਮ ਕਰਦਾ ਔਰ ਕਦੀ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਸਿੱਖ ਆਪਣੀ ਪੱਗ ਉਤਾਰ ਕੇ ਉਹਦੇ ਤੇ ਹੈਲਮਟ ਰੱਖੇਗਾ, ਕਦੀ ਵੀ ਬਰਦਾਸ਼ਤ ਨਹੀਂ ਹੋ ਸਕਦਾ। ਤੇ ਗਵਰਨਮੈਂਟ ਆਫ ਇੰਡੀਆ ਨੂੰ ਇਹਨੂੰ ਇਮੀਡੀਏਟਲੀ ਆਪਣੇ ਇਸ ਡਿਸੀਜਨ ਨੂੰ ਵਿਡਰਾ ਕਰਨਾ ਚਾਹੀਦਾ ਔਰ ਪ੍ਰਾਈਮ ਮਿਨਿਸਟਰ ਨੂੰ। ਤੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਕੱਲ ਦੇ ਘਟਨਾਕ੍ਰਮ ਨੂੰ ਲੈ ਕੇ ਵੀ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ। ਕੱਲ ਦਾ ਜੋ ਘਟਨਾਕ੍ਰਮ ਯਾਤਰਾ ਦੇ ਦੌਰਾਨ ਵਾਪਰਿਆ ਸੀ, ਜਦੋਂ ਇੱਕ ਸਿਕਿਉਰਿਟੀ ਮੁਲਾਜ਼ਮ ਵੱਲੋਂ ਰਾਜਾ ਵੜਿੰਗ ਨੂੰ ਧੱਕੇ ਮਾਰੇ ਗਏ ਸੀ, ਉਸ ਤੇ ਅੱਜ ਰਾਜਾ ਵੜਿੰਗ ਨੇ ਬਿਆਨ ਦਿੱਤਾ ਹੈ ਕਿ ਇਹ ਵਿਰੋਧੀਆਂ ਦੀ ਵੀ ਚਾਲ ਹੋ ਸਕਦੀ ਹੈ, ਕਿਉਂਕਿ ਜਿਹੜੀ ਸੀਆਰਪੀਐਫ ਹੈ, ਸੁਰੱਖਿਆ ਏਜੰਸੀ ਹੈ, ਉਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਤਹਿਤ ਆਉਂਦੀ ਹੈ। ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਮੈਂ ਆਪਣੇ ਪਾਰਟੀ ਦੇ ਵਰਕਰਾਂ ਨੂੰ ਰਾਹੁਲ ਗਾਂਧੀ ਦੇ ਨਾਲ ਇਸੇ ਤਰੀਕੇ ਨਾਲ ਮਿਲਵਾਉਣਾ ਜਾਰੀ ਰੱਖਾਂਗਾ, ਕਿਉਂਕਿ ਹਰ ਕੋਈ ਰਾਹੁਲ ਗਾਂਧੀ ਨੂੰ ਮਿਲਣਾ ਚਾਹੁੰਦਾ ਸੀ, ਯਾਤਰਾ 'ਚ ਉਹਨਾਂ ਦੇ ਨਾਲ ਚੱਲਣਾ ਚਾਹੁੰਦਾ ਸੀ ਔਰ ਇਹ ਜ਼ਿੰਮੇਵਾਰੀ ਮੇਰੀ ਸੀ। ਉਹਨਾਂ ਕਿਹਾ ਕਿ ਮੈਨੂੰ ਧੱਕਿਆਂ ਦੀ ਕੋਈ ਪਰਵਾਹ ਨਹੀਂ, ਮੇਰੇ ਲੀਡਰ ਦੀ ਸ਼ਾਨ ਦੇ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ। यार पहला तो मैं दसना है कि मैं कोई जम्मिया महाराजा थोड़ी है, मैं तो धक्किया च ही जम्मिया सी। राजे महाराजा जिहड़ा कोई जन्म जात पैदा होया होवे जां कोई पिता पुरखी कोई मुख मंत्री दा मुंडा होवे, पोता होवे, हो सकदा उहनूं धक्का ना वजे। मैं तो धक्के खा खा के इत्थे पहुंचे हैं। मेरा लीडर आया, पहली गल मैं किसी साथी नूं मिलाउणा उत्थे वार-वार फड़ फड़ के बाहां मिलाउंदे सी।
ਉਹ ਉਹਨਾਂ ਦੇ ਸੀਆਰਪੀਐਫ ਵਾਲਿਆਂ ਨੂੰ ਨਹੀਂ ਪਤਾ ਲੱਗਿਆ ਹੋਣਾ ਕਈ ਵਾਰੀ, ਜੋ ਮੈਨੂੰ ਲੱਗਿਆ ਵੀ ਉਹ ਕਹਿੰਦੇ ਸਾਨੂੰ ਲੱਗਿਆ ਜੀ ਕੋਈ ਹੋਰ ਬੰਦਾ ਆ ਗਿਆ ਧੱਕਾ ਮਾਰਿਆ। ਸੋ ਮੈਂ ਤਾਂ ਇਹੋ ਜਿਹੇ ਧੱਕੇ ਆਪਦੇ ਸਾਥੀਆਂ ਨੂੰ ਮਿਲਾਉਣ ਵਾਸਤੇ 50 ਵਾਰੀ ਹੋਰ ਖਾਊਂਗਾ। ਔਰ ਇਹਦਾ ਮੈਨੂੰ ਗੁੱਸਾ ਵੀ ਕੋਈ ਨਹੀਂ ਹੈ, ਕਿਉਂਕਿ ਇਹ ਪਹਿਲੀ ਵਾਰੀ ਨਹੀਂ ਵੱਜੇ। ਜਦੋਂ ਛੋਟੇ ਛੋਟੇ ਹੁਣ ਤਾਂ ਲੀਡਰ ਬਣ ਗਿਆ, ਹਜੇ ਤਾਂ ਕੋਈ ਥਾਂ ਦੇ ਦਿੰਦਾ। ਜੋ ਕਰਦੇ ਸੀ ਪੁਲਿਸ ਮਾਰਦੀ ਸੀ 5-5 ਫੁੱਟ ਤੇ। ਦੂਸਰੀ ਗੱਲ, ਇਹ ਰਾਹੁਲ ਗਾਂਧੀ ਨੇ ਧੱਕਾ ਨਹੀਂ ਮਰਾਇਆ। ਦੁਸ਼ਮਣ ਦੀ ਚਾਲ ਵੀ ਹੋ ਸਕਦੀ ਹੈ। ਕੌਣ ਦੁਸ਼ਮਣ? ਜੀਰਾ ਢਿੱਡ ਦੁਖਦਾ ਹੈ ਜਿਹੜਾ ਰਾਹੁਲ ਗਾਂਧੀ ਦੀ ਟੀ-ਸ਼ਰਟ ਦੀ ਗੱਲ ਕਰਦਾ ਹੈ, ਜਿਹੜਾ ਰਾਹੁਲ ਗਾਂਧੀ ਦੀ ਪੱਗ ਦੀ ਗੱਲ ਕਰਦਾ ਹੈ। ਮੈਂ ਕੱਲ ਗਿਆ ਇੱਕ ਮੀਡੀਆ ਨੂੰ, ਮੈਂ ਕਿਹਾ ਕੱਲ ਨੂੰ ਹੁਣ ਇਹਨਾਂ ਦਾ ਹੋਰ ਤਾਂ ਕੋਈ ਨਹੀਂ ਗੱਲ ਚੱਲਣੀ। ਇਹ ਨਹੀਂ ਕਹਿ ਰਹੇ ਭੀੜ ਨਹੀਂ ਆ ਰਹੀ, ਗੱਲ ਨਹੀਂ ਬਣ ਰਹੀ। ਮੈਂ ਕਿਹਾ ਹੋ ਸਕਦਾ ਆਉਣ ਵਾਲੇ ਸਮੇਂ 'ਚ ਇਹ ਕਹਿਣ ਰਾਹੁਲ ਗਾਂਧੀ ਦਾ ਅੰਡਰਵੀਅਰ ਐਸਾ ਸੀ। ਸੋ ਸੀਆਰਪੀਐਫ ਹੈ ਜਿਹੜੀ, ਉਹਨਾਂ ਦੇ ਨਾਲ ਸਿਕਿਉਰਿਟੀ ਹੈ, ਉਹ ਕਿਹਦੇ ਅੰਡਰ ਹੈ? ਦੇਸ਼ ਦੇ ਗ੍ਰਹਿ ਮੰਤਰੀ ਦੇ ਅੰਡਰ ਹੈ। ਆ ਕਹਿੰਦਾ ਮਾਰੋ ਧੱਕੇ ਇਹਨਾਂ ਨੂੰ, ਥੋੜਾ ਬੇਇੱਜ਼ਤੀ ਹੋਵੇ ਇਹਨਾਂ ਦੀ। ਸਾਨੂੰ ਜਿੰਨੇ ਮਰਜ਼ੀ ਧੱਕੇ ਮਾਰ ਲੈ ਸਿਕਿਉਰਿਟੀ, ਸਾਨੂੰ ਕੋਈ ਨਹੀਂ, ਪਰ ਸਾਡੇ ਲੀਡਰ ਦੀ ਸ਼ਾਨ 'ਚ ਫਰਕ ਨਹੀਂ ਪੈਂਦਾ ਚਾਹੀਦਾ। ਤੇ ਮੈਂ ਆਉਣ ਵਾਲੇ ਦਿਨਾਂ 'ਚ ਵੀ ਇਹੋ ਜਿਹੇ ਕੰਮ ਹੋਰ ਕਰੂੰਗਾ। ਹੋਰ 25 ਵਾਰੀ ਸੀਆਰਪੀ ਧੱਕਾ ਮਾਰੂਗੀ, ਰਾਜਾ ਵੜਿੰਗ ਚੱਲੂਗਾ, ਪਰ ਮੈਂ ਆਪਦੇ ਵਰਕਰਾਂ ਨੂੰ ਰਾਹੁਲ ਗਾਂਧੀ ਨਾਲ ਮਿਲਾਉਂਗਾ, ਕੋਈ ਫਰਕ ਨਹੀਂ ਪੈਂਦਾ। ਤੇ ਵਿਜੀਲੈਂਸ ਦੀ ਟੀਮ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਮੋਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼ 9 ਲੈ ਕੇ ਪਹੁੰਚੀ, ਜਿੱਥੇ ਪਲਾਟ ਘੁਟਾਲੇ ਨੂੰ ਲੈ ਕੇ ਉਹਨਾਂ ਵੱਲੋਂ ਉਸ ਜਗ੍ਹਾ ਤੇ ਉਸ ਮੌਕੇ ਤੇ ਜਾ ਕੇ ਪੁੱਛਗਿੱਛ ਕੀਤੀ ਗਈ। ਮੋਹਾਲੀ ਦੇ ਇੰਡਸਟਰੀਅਲ ਪਲਾਟ ਘੁਟਾਲੇ 'ਚ ਵਿਜੀਲੈਂਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਮਾਮਲੇ 'ਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਸਣੇ 10 ਅਫਸਰਾਂ ਦੇ ਖਿਲਾਫ ਕੇਸ ਦਰਜ ਹੋਇਆ ਹੈ। ਸੁੰਦਰ ਸ਼ਾਮ ਅਰੋੜਾ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਵਿਜੀਲੈਂਸ ਦੀ ਟੀਮ ਹੁਣ ਉਹਨਾਂ ਨੂੰ ਲੈ ਕੇ ਮੋਹਾਲੀ ਦੇ ਇੰਡਸਟਰੀਅਲ ਏਰੀਆ 'ਚ ਪਹੁੰਚੀ, ਜਿੱਥੇ ਉਦਯੋਗਿਕ ਸਾਈਟਾਂ ਤੇ ਹੋਟਲਾਂ ਦੀ ਉਸਾਰੀ ਕਰਵਾਈ ਜਾ ਰਹੀ ਸੀ। ਇੱਥੇ ਦਿਖਾਉਣ ਲਈ ਆਏ ਸੀ। ਇਹ ਸਾਨੂੰ ਇਹਨਾਂ ਦੀ ਪੁੱਛਗਿੱਛ ਹੋਈ ਸੀਗੀ। ਇਹ ਦੱਸ ਰਹੇ ਸੀਗੇ ਵੀ ਇੱਥੇ ਬਈ ਇੰਡਸਟਰੀ ਲੱਗ ਰਹੀ ਆ, ਵੀ ਸਭ ਕੁਝ ਵੀ ਜੋ ਅਸੀਂ ਨੋਰਮ ਦੇ ਹਿਸਾਬ ਨਾਲ ਕੀਤਾ ਆ। ਹੁਣ ਇਹਨਾਂ ਨੂੰ ਦਿਖਾ ਲਿਆ ਵੀ ਆਹ ਦੇਖੋ, ਆਹ ਹੋਟਲ ਬਣ ਰਿਹਾ ਇੱਥੇ, ਇਹ ਇੰਡਸਟਰੀਅਲ ਪਲਾਟ ਹੈ, ਇੱਥੇ ਹੋਟਲ ਬਣ ਰਿਹਾ ਹੈ ਤੇ ਕੋਈ ਚਾਰ ਦੀਵਾਰੀ ਨਹੀਂ ਹੈ, ਟੋਟਲ ਮਿਸਯੂਜ਼ ਹੋਇਆ ਹੈ। ਸਰ ਕੱਲ੍ਹ ਨੂੰ ਇੱਕ ਦਿਨ ਦਾ ਰਿਮਾਂਡ ਕਰੀ ਦਾ ਜੀ ਸਰ, ਹੁਣ ਪੁੱਛਗਿੱਛ ਕਰਨਾ, ਹੁਣ ਦਿਖਾਲ ਕੇ ਹੁਣ ਜਾ ਕੇ ਪੁੱਛਗਿੱਛ ਕਰਦੇ ਆ, ਜੇ ਲੋੜ ਪਈ ਤਾਂ ਹੋਰ ਲਵਾਂਗੇ। ਇੱਕ ਪਾਸੇ ਵਿਜੀਲੈਂਸ ਨੇ ਜਾਂਚ 'ਚ ਤੇਜ਼ੀ ਲਿਆਂਦੀ ਤਾਂ ਦੂਜੇ ਪਾਸੇ ਨਿਊਜ਼ 18 ਦੀ ਟੀਮ ਵੀ ਇੰਡਸਟਰੀਅਲ ਏਰੀਆ ਫੇਜ਼ 9 'ਚ ਗਰਾਊਂਡ ਜ਼ੀਰੋ ਤੇ ਪਹੁੰਚੀ ਅਤੇ ਸੱਚ ਜਾਣਨ ਦੀ ਕੋਸ਼ਿਸ਼ ਕੀਤੀ। ਇੰਡਸਟਰੀਅਲ ਜਿੱਥੇ ਅਲਾਟਮੈਂਟ ਕੀਤੀ ਹੋਈ ਹੈ, ਜਿੱਥੇ ਇੰਡਸਟਰੀ ਹੈ ਪੂਰੀ ਮੋਹਾਲੀ ਦੇ ਫੇਸ 9, ਉੱਥੇ ਵਿਜੀਲੈਂਸ ਜਿਹੜੀ ਹੈ ਸੁੰਦਰ ਸ਼ਾਮ ਅਰੋੜਾ ਨੂੰ ਲੈ ਕੇ ਆਈ ਸੀ। ਹਾਲਾਂਕਿ ਅਧਿਕਾਰੀਆਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ, ਜਿਹੜੇ ਵਿਜੀਲੈਂਸ ਦੇ ਆਫੀਸਰ ਵੀ ਨਾਲ ਆਏ ਸੀਗੇ, ਪੂਰਾ ਮੁਆਇਨਾ ਕਰਾਉਣਾ ਸੀਗਾ ਕਿ ਇੰਡਸਟਰੀਅਲ ਪਲਾਟ ਦੇ ਇਲਾਵਾ ਇੱਥੇ ਹੋਰ ਕਿਸ ਤਰ੍ਹਾਂ ਦੀ ਜਿਹੜੀ ਕੰਸਟਰਕਸ਼ਨ ਹੈ ਉਹ ਕੀਤੀ ਜਾ ਰਹੀ ਹੈ। ਤਾਂ ਇੱਥੇ ਜਿਹੜੀ ਕੰਸਟਰਕਸ਼ਨ ਕੀਤੀ ਜਾ ਰਹੀ ਹੈ ਉਹ ਹੋਟਲਸ ਜਿਹੜੇ ਹੈਗੇ, ਹੋਟਲਸ ਦੀ ਸਾਈਡ ਜਿਹੜੀ ਹੈ ਉਹਨਾਂ ਦੀ ਕੰਸਟਰਕਸ਼ਨ ਕੀਤੀ ਜਾ ਰਹੀ ਹੈ। ਹਾਲਾਂਕਿ ਸਾਫ਼ ਤੌਰ ਤੇ ਸੁੰਦਰ ਸ਼ਾਮ ਅਰੋੜਾ ਇਹ ਵੀ ਕਹਿੰਦੇ ਨਜ਼ਰ ਆਏ ਸੀਗੇ ਨਿਊਜ਼ 18 ਦੇ ਨਾਲ ਗੱਲਬਾਤ ਕਰਕੇ ਕਿ ਉਹਨਾਂ ਨੇ ਕਿਹਾ ਸੀਗਾ ਕਿ ਸਾਰੀ ਚੀਜ਼ਾਂ ਜਿਹੜੀਆਂ ਕਾਨੂੰਨ ਮੁਤਾਬਿਕ ਹੋਈ ਹੈ, ਕਿਸੇ ਵੀ ਤਰ੍ਹਾਂ ਕੋਈ ਘੁਟਾਲਾ ਜਿਹੜਾ ਹੈ ਨਹੀਂ ਹੋਇਆ। ਲੇਕਿਨ ਵਿਜੀਲੈਂਸ ਹੁਣ ਜਦ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਕਈ ਚੀਜ਼ਾਂ ਦਾ ਖੁਲਾਸਾ ਹੁਣ ਹੋ ਰਿਹਾ ਹੈ। ਹਾਲਾਂਕਿ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੀ ਵੀ ਕੰਸਟਰਕਸ਼ਨ ਹੋ ਰਹੀ ਹੈ, ਹੋਟਲ ਸਾਈਟਸ ਦੀ ਕੰਸਟਰਕਸ਼ਨ ਹੋ ਰਹੀ ਹੈ, ਆਖਿਰ ਇਹਨਾਂ ਦੀ ਪਰਮਿਸ਼ਨ ਕਿਸ ਤਰ੍ਹਾਂ ਦਿੱਤੀ ਗਈ, ਕਿਉਂ ਦਿੱਤੀ ਗਈ, ਕਿਹਨੇ ਦਿੱਤੀ, ਇਹ ਸਾਰੀ ਚੀਜ਼ਾਂ ਦਾ ਹੁਣ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਜਿਹੜੀ ਹੈ, ਇੰਟਰੋਗੇਸ਼ਨ ਜਿਹੜੀ ਹੈ ਲਗਾਤਾਰ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇੰਡਸਟਰੀਅਲ ਪਲਾਟ ਸਕੈਮ ਨੂੰ ਲੈ ਕੇ ਸੁੰਦਰ ਸ਼ਾਮ ਅਰੋੜਾ ਸਮੇਤ 10 ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਸੀਗਾ, ਜਿਹਦੇ ਵਿੱਚ ਜਿਹੜੇ ਉੱਥੇ ਦੇ ਅਫਸਰ ਸੀਗੇ ਔਰ ਨਾਲ ਦੇ ਨਾਲ ਜਿਹੜੀ ਗ੍ਰਿਫਤਾਰੀਆਂ ਹੋਈ ਸੀ, ਪੁੱਛਗਿੱਛ ਕਈ ਚੀਜ਼ਾਂ ਸਾਹਮਣੇ ਆਈ ਤੇ ਹੁਣ ਸੁੰਦਰ ਸ਼ਾਮ ਅਰੋੜਾ ਨੂੰ ਰੋਪੜ ਜੇਲ੍ਹ ਤੋਂ ਪੁੱਛਗਿੱਛ ਵਾਸਤੇ ਵੀ ਇੱਥੇ ਲਾਇਆ ਗਿਆ ਤੇ ਸਾਈਡ ਤੇ ਵੀ ਲੈ ਕੇ ਆਇਆ ਗਿਆ। ਤੁਹਾਨੂੰ ਦੱਸ ਦਈਏ ਕਿ ਇਹ ਇੰਡਸਟਰੀਅਲ ਪਲਾਟਸ ਦੀ ਜ਼ਮੀਨ ਹੈ। ਵਿਜੀਲੈਂਸ ਮੁਤਾਬਕ ਸੁੰਦਰ ਸ਼ਾਮ ਅਰੋੜਾ ਇੰਡਸਟਰੀਅਲ ਏਰੀਆ 'ਚ ਹਰ ਕੰਮ ਕਾਨੂੰਨ ਮੁਤਾਬਕ ਹੋਣ ਦੀ ਗੱਲ ਕਰਦੇ ਨੇ, ਪਰ ਸਵਾਲ ਇਹ ਹੈ ਕਿ ਹੋਟਲ ਇੱਥੇ ਕਿਸ ਦੀ ਇਜਾਜ਼ਤ ਨਾਲ ਬਣ ਰਹੇ ਨੇ। ਸੁੰਦਰ ਸ਼ਾਮ ਅਰੋੜਾ ਇਹ ਜ਼ਰੂਰ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਕੋਈ ਵੀ ਕਾਨੂੰਨ ਦੀ ਜਿਹੜੀ ਉਲੰਘਣਾ ਹੈ ਉਹ ਨਹੀਂ ਕੀਤੀ ਗਈ ਹੈ, ਪ੍ਰੋਟੋਕਾਲ ਦੇ ਹਿਸਾਬ ਨਾਲ ਕੰਮ ਹੋਇਆ। ਲੇਕਿਨ ਵਿਜੀਲੈਂਸ ਦੂਜੇ ਪਾਸੇ ਇਹਨਾਂ ਨੂੰ ਮੌਕੇ ਤੇ ਲਾ ਕੇ ਜਿਹੜਾ ਮੁਆਇਨਾ ਵੀ ਕਰ ਰਹੀ ਹੈ ਤੇ ਉਹਨਾਂ ਨੂੰ ਕਹਿੰਦੀ ਨਜ਼ਰ ਆ ਰਹੀ ਹੈ ਕਿ ਆਖਿਰ ਜਦ ਇਹ ਕਾਨੂੰਨ ਦੇ ਹਿਸਾਬ ਨਾਲ ਹੋਇਆ ਤੇ ਆਖਿਰ ਇਸ ਤਰ੍ਹਾਂ ਦੀ ਕੰਸਟਰਕਸ਼ਨ ਹੋਟਲਾਂ ਦੀ ਇੱਥੇ ਕਿਉਂ ਹੋ ਰਹੀ, ਇਹ ਵੀ ਹੁਣ ਜਾਂਚ ਦਾ ਵਿਸ਼ਾ ਹੈ। ਮੋਹਾਲੀ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।
ਤੇ ਖਬਰ ਫਿਰੋਜ਼ਪੁਰ ਤੋਂ ਹੈ, ਜਿੱਥੇ ਸ਼ੂਟ ਆਊਟ ਹੋਇਆ। ਫਿਰੋਜ਼ਪੁਰ ਪੁਲਿਸ ਨੇ ਅਰਸ਼ਦੀਪ ਡਾਲਾ ਦੇ ਸਾਥੀ ਗੈਂਗਸਟਰ ਗੁਰਪਿਆਰ ਨੂੰ ਕਾਬੂ ਕਰ ਲਿਆ। ਨਾਕੇ ਤੇ ਦੋਨਾਂ ਵਿਚਾਲੇ ਮੁੱਠਭੇੜ ਹੋਈ ਤੇ ਪੁਲਿਸ ਦੀ ਗੋਲੀ ਲੱਗਣ ਨਾਲ ਗੁਰਪਿਆਰ ਜ਼ਖਮੀ ਹੋ ਗਿਆ। ਤੇ ਗੈਂਗਸਟਰਾਂ ਖਿਲਾਫ ਪੁਲਿਸ ਲਗਾਤਾਰ ਐਕਸ਼ਨ 'ਚ ਲਗਾਤਾਰ ਗੈਂਗਸਟਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਅਤੇ ਹੁਣ ਕਾਨੂੰਨ ਦੇ ਸ਼ਿਕੰਜੇ 'ਚ ਆਇਆ ਹੈ ਖਤਰਨਾਕ ਗੈਂਗਸਟਰ ਗੁਰਪਿਆਰ ਸਿੰਘ। ਜਿਸ ਨੂੰ ਫਿਰੋਜ਼ਪੁਰ ਦੇ ਤਲਵੰਡੀ ਭਾਈ 'ਚ ਪੁਲਿਸ ਨੇ ਕਾਬੂ ਕੀਤਾ ਹੈ, ਜੋ ਵਿਦੇਸ਼ 'ਚ ਬੈਠੇ ਅੱਤਵਾਦੀ ਅਰਸ਼ਦੀਪ ਡਾਲਾ ਦਾ ਸਾਥੀ ਹੈ। ਪੁਲਿਸ ਨੇ ਮੁਕਾਬਲੇ ਤੋਂ ਬਾਅਦ ਗੁਰਪਿਆਰ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਨਾਕੇ ਤੇ ਗੁਰਪਿਆਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਰੁਕਣ ਦੀ ਥਾਂ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ, ਜਿਸ ਤੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਗੋਲੀ ਲੱਗਣ ਨਾਲ ਗੁਰਪਿਆਰ ਜ਼ਖਮੀ ਹੋ ਗਿਆ, ਜਿਸ ਨੂੰ ਪੁਲਿਸ ਨੇ ਕਾਬੂ ਕਰਕੇ ਜ਼ੀਰਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਹੈ। ਪੁਲਿਸ ਪਾਰਟੀ ਨੇ ਨਾਕਾ ਲਾਇਆ ਸੀ ਰਾਤ ਦਾ ਹੀ। ਸਵੇਰੇ ਇੱਕ ਵਿਅਕਤੀ ਆ, ਉਹਨੇ ਆ ਕੇ ਮੋਟਰਸਾਈਕਲ ਤੇ ਆ ਰਿਹਾ ਸੀ, ਉਹਨੂੰ ਮੋਟਰਸਾਈਕਲ ਰੋਕਣ ਦੀ ਬਜਾਏ ਉਹਨੇ ਪੁਲਿਸ ਪਾਰਟੀ ਜਿਹੜੀ ਖੜੀ ਸੀ ਆਪਣੀ ਚੈਕਿੰਗ ਕਰਾਉਣ ਦੀ ਬਜਾਏ ਉਹ ਤੇ ਉਹਨੇ ਫਾਇਰਿੰਗ ਕੀਤੀ। ਜਵਾਬੀ ਫਾਇਰਿੰਗ ਦੇ ਵਿੱਚ ਸਾਡੀ ਪੁਲਿਸ ਪਾਰਟੀ ਨੇ ਆਪ ਦਾ ਬਚਾਅ ਕਰਦੇ ਹੋਏ ਉਹ ਤੇ ਫਾਇਰਿੰਗ ਕੀਤੀ। ਫਾਇਰਿੰਗ ਕਰਕੇ ਉਹਦੇ ਪੈਰ ਦੇ ਵਿੱਚ ਗੋਲੀ ਲੱਗੀ ਆ ਤੇ ਉਹਨੂੰ ਕਾਬੂ ਕੀਤਾ। ਉਦੋਂ 38 ਬੋਰ ਰਿਵਾਲਵਰ ਇੱਕ ਸਮੇਤ ਉਹਨੂੰ ਉੱਥੋਂ ਕਾਬੂ ਕੀਤਾ। ਗੈਂਗਸਟਰ ਗੁਰਪਿਆਰ ਸਿੰਘ ਅਰਸ਼ਦੀਪ ਡਾਲਾ ਲਈ ਕੰਮ ਕਰਦਾ ਸੀ ਅਤੇ ਤਲਵੰਡੀ ਭਾਈ 'ਚ ਇੱਕ ਸੁਨਿਆਰੇ ਦੀ ਰੇਕੀ ਕਰਨ ਆਇਆ ਸੀ। ਇਹ ਉਹੀ ਸੁਨਿਆਰਾ ਸੀ ਜਿਸ ਤੋਂ ਅਰਸ਼ਦੀਪ ਡਾਲਾ ਨੇ ਰੰਗਦਾਰੀ ਮੰਗੀ ਸੀ ਅਤੇ ਉਸ ਦੇ ਘਰ ਤੇ ਫਾਇਰਿੰਗ ਕਰਵਾਈ ਸੀ। ਚੌਹਾਨ ਜਵਾਲਸ ਦੇ ਪਿਛਲੇ 12 ਨਵੰਬਰ ਨੂੰ ਫਾਇਰਿੰਗ ਕਰਕੇ ਗਏ ਸੀ 3 ਬੰਦੇ। ਠੀਕ ਹੈ। ਕੰਧ ਟੱਪ ਕੇ ਉਹਨਾਂ ਨੇ ਅੰਦਰ ਵੜ ਕੇ ਉਹਨਾਂ ਦੇ ਫਾਇਰਿੰਗ ਕੀਤੀ ਸੀ, ਕਿਉਂਕਿ ਉਹਨਾਂ ਨੇ ਪਹਿਲਾਂ ਫਰੌਤੀ ਦੀ ਮੰਗ ਕੀਤੀ ਸੀ। ਅਰਸ਼ ਡੱਲੇ ਤੇ ਪੀਤੇ ਭੰਗਾਲੇ ਨੇ ਉਹਨਾਂ ਨੇ ਫਰੌਤੀ ਦੇਣ ਤੋਂ ਗਰੇਜ਼ ਕੀਤਾ ਸੀ। ਗਰੇਜ਼ ਕਰਨ ਦੇ ਤੋਂ ਫਿਰ ਉਹਨਾਂ ਨੇ ਕਿਹਾ ਵੀ ਇਹਨੂੰ ਡਰਾ ਕੇ ਆਓ, ਇਹ ਤੇ ਫਾਇਰਿੰਗ ਕਰਕੇ ਆਓ, ਵੀ ਫਿਰ ਇਹ ਫਰੌਤੀ ਦੇਣ। ਕੱਲ ਫਾਇਰਿੰਗ ਕਰਨ ਦੇ ਮੂਡ 'ਚ ਸੀ ਇਹ। ਕੱਲ ਜਿਹੜਾ ਵੈਪਨ ਲੈ ਕੇ ਆਇਆ ਸੀ, ਕੱਲ ਦੁਬਾਰਾ ਫਿਰ ਉੱਥੇ ਇਹਨੇ ਆ ਕੇ ਰੈਕੀ ਕਰਨੀ ਸੀ। ਰੈਕੀ ਕਰਕੇ ਹੋ ਸਕਦਾ ਫਾਇਰਿੰਗ ਵੀ ਕਰਨੀ ਸੀ। ਗੁਰਪਿਆਰ ਦੇ ਮਨਸੂਬੇ ਠੀਕ ਨਹੀਂ ਸਨ। ਫਿਰ ਤੋਂ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਯੋਜਨਾ ਸੀ, ਪਰ ਉਸ ਤੋਂ ਪਹਿਲਾਂ ਹੀ ਕਾਨੂੰਨ ਦੇ ਹੱਥੀ ਚੜ੍ਹ ਗਿਆ ਅਤੇ ਹੁਣ ਆਪਣੇ ਕੀਤੇ ਦੀ ਸਜ਼ਾ ਭੁਗਤੇਗਾ। ਫਿਰੋਜ਼ਪੁਰ ਤੋਂ ਮਨਦੀਪ ਕੁਮਾਰ, ਨਿਊਜ਼ 18 ਪੰਜਾਬ। ਤੇ ਕਹਿੰਦੇ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਸੋਸ਼ਲ ਮੀਡੀਆ ਬੰਦੇ ਨੂੰ ਬਹੁਤ ਕੁਝ ਸਿਖਾ ਦਿੰਦਾ ਹੈ, ਪੜ੍ਹਿਆਂ ਲਿਖਿਆਂ ਨੂੰ ਵੀ ਤੇ ਅਨਪੜ੍ਹਾਂ ਨੂੰ ਵੀ। ਤੇ ਜੇਕਰ ਕੋਈ ਆਪ ਪਹਿਲਾਂ ਹੀ ਚਤੁਰ ਚਲਾਕ ਹੋਵੇ ਤਾਂ ਫਿਰ ਕੁਝ ਅਜਿਹਾ ਹੀ ਹੁੰਦਾ ਹੈ ਜਿਸ ਨੇ ਗੁਰਦਾਸਪੁਰ ਪੁਲਿਸ ਦੇ ਹੋਸ਼ ਫਾਕਤਾ ਕਰ ਦਿੱਤੇ। ਇੱਕ 8ਵੀਂ ਫੇਲ ਸ਼ਖਸ ਜਿਸ ਨੇ ਲੱਖਾਂ ਦਾ ਕਾਰਨਾਮਾ ਕਰ ਦਿੱਤਾ। ਕਾਰਨਾਮਾ ਕੀ ਸੀ, ਇਸ ਰਿਪੋਰਟ 'ਚ ਦਿਖਾਉਣੇ ਆ। ਪੁਲਿਸ ਦੀ ਗ੍ਰਿਫਤ ਵਿੱਚ ਮੂੰਹ ਢੱਕੇ ਖੜਾ ਇਹ ਸ਼ਖਸ ਹੈ ਬਲਦੇਵ ਸਿੰਘ ਉਰਫ ਦੇਬਾ। ਦੇਬਾ 8ਵੀਂ ਫੇਲ ਹੈ, ਮੁਫਲਿਸੀ ਦਾ ਸ਼ਿਕਾਰ ਹੈ ਅਤੇ ਕੰਮ ਕਰਦਾ ਹੈ ਨੋਟ ਛਾਪਣ ਦਾ। ਸੁਣ ਕੇ ਹੈਰਾਨ ਹੋਏ ਨਾ, ਪਰ ਇਹ ਗੱਲ ਖੁਦ ਪੁਲਿਸ ਅਧਿਕਾਰੀ ਦੱਸ ਰਹੇ ਨੇ। ਇਹ ਬੰਦਾ ਜੀ 8ਵੀਂ ਫੇਲ ਆ ਤੇ ਉਸ ਤਰ੍ਹਾਂ ਬਹੁਤ ਗਰੀਬ ਆ। ਪਿੰਡ 'ਚੋਂ ਤਕਰੀਬਨ ਸਭ ਤੋਂ ਗਰੀਬ ਇਹੋ ਹੀ ਆ। ਤੇ ਇਹਨੇ ਜਿਹੜਾ ਹੈਗਾ ਸਾਰਾ ਕੰਮ ਜਿਹੜਾ ਨਾ ਗੂਗਲ ਦੇ ਉੱਤੇ ਸਰਚ ਕਰਕੇ ਫਿਰ ਉਹਨੂੰ ਸਾਰਾ ਆਪ ਪ੍ਰੈਕਟੀਕਲ ਵਰਕ ਕਰਕੇ ਤੇ ਫਿਰ ਤਿਆਰ ਕਰਨਾ ਸ਼ੁਰੂ ਕੀਤਾ। ਹੁਣ ਆ ਵੇਖੋ, ਡਿੱਬਿਆਂ ਵਿੱਚ ਬੰਦ ਇਸ ਸ਼ਖਸ ਦੀ ਕਾਰਗੁਜ਼ਾਰੀ ਦਾ ਨਮੂਨਾ ਇੰਨਾ ਜ਼ਬਰਦਸਤ ਕਿ ਇੱਕ ਵਾਰ ਤਾਂ ਪੁਲਿਸ ਅਧਿਕਾਰੀਆਂ ਨੂੰ ਵੀ ਯਕੀਨ ਨਹੀਂ ਹੋਇਆ ਕਿ ਇਹ ਜਾਲੀ ਕਰੰਸੀ ਹੈ। ਇਹਨਾਂ 'ਚੋਂ 100 ਅਤੇ 500 ਦੇ ਨੋਟ ਤਾਂ ਇਹ ਬਾਜ਼ਾਰ ਦੇ ਵਿੱਚ ਵਰਤ ਵੀ ਚੁੱਕਿਆ ਸੀ, ਪਰ ਜਦੋਂ 2000 ਦੀ ਵਾਰੀ ਆਈ ਤਾਂ ਇਹ ਕਾਮਯਾਬ ਨਹੀਂ ਹੋਇਆ। ਜ਼ਿਆਦਾ ਤੇ ਵੈਸੇ ਹੁਣ ਇਹਨੇ ਜਿਹੜੇ ਹੈਗੇ ਆ 100 ਦੇ ਨੋਟ ਹੀ ਜ਼ਿਆਦਾ ਤਿਆਰ ਕੀਤੇ ਨੇ। 100 ਦੇ ਨੋਟ ਕਿਉਂਕਿ ਮਾਰਕੀਟ 'ਚ 60,000 ਦੇ ਕਰੀਬ ਚਲਾ ਚੁੱਕਾ ਸੀ ਤੇ ਜਿਹੜਾ 500 ਦਾ ਨੋਟ ਉਹ ਵੀ ਇਹਦਾ ਚੱਲਣ ਲੱਗ ਪਿਆ ਸੀ। ਪਰ ਜਿਹੜਾ 2000 ਦਾ ਨੋਟ ਉਹ ਇਹਦਾ ਨੇ ਮਾਰਕੀਟ 'ਚ ਚੱਲਿਆ ਨਹੀਂ। 1-2 ਜਗ੍ਹਾ ਤੇ ਲੈ ਕੇ ਗਿਆ ਸੀ ਤੇ ਉਹਨਾਂ ਨੇ ਸ਼ੱਕ ਵਜੋਂ ਕਰਕੇ ਇਹਨੂੰ ਵਾਪਸ ਕਰਤਾ। 1,94,300 ਇਹ ਆ ਤੇ 60,000 ਰੁਪਇਆ ਉਹ ਆ, ਮਤਲਬ ਕੋਈ 2.5 ਲੱਖ ਦੇ ਨੇੜੇ ਤੇੜੇ ਨੇ ਜਿਹੜਾ ਟੋਟਲ ਛਾਪਤਾ ਆ, ਜਿਸ 'ਚੋਂ 60,000 ਰੁਪਇਆ ਜਿਹੜਾ ਇਹਨੇ ਮਾਰਕੀਟ 'ਚ ਚਲਾ ਲਿਆ ਤੇ ਜਿਹੜਾ ਬਾਕੀ ਪੈਸਾ ਉਹ ਅਸੀਂ ਬਰਾਮਦ ਕਰ ਲਿਆ। ਦੇਬਾ ਪਿੰਡ ਵਿੱਚ ਹੋ ਸਕਦਾ ਹੈ ਸਭ ਤੋਂ ਗਰੀਬ ਹੋਵੇ, ਪੜ੍ਹਿਆ ਲਿਖਿਆ ਵੀ ਘੱਟ ਹੀ ਹੈ, ਪਰ ਸਵਾਲ ਇਹ ਹੈ ਕਿ ਸੋਸ਼ਲ ਮੀਡੀਆ ਤੋਂ ਦੇਬੇ ਨੂੰ ਸਿਰਫ ਜਾਲੀ ਕਰੰਸੀ ਛਾਪਣ ਦੀ ਸੂਝ ਹੀ ਕਿਉਂ ਮਿਲੀ? ਮਿਹਨਤ ਦੇ ਨਾਲ ਕਮਾਉਣ ਦਾ ਰਾਹ ਕਿਉਂ? ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਦੀ ਰਿਪੋਰਟ, ਨਿਊਜ਼ 18 ਪੰਜਾਬ।
ਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੋਂ ਬਾਅਦ ਹੁਣ ਇੱਕ ਹੋਰ ਭਾਰਤੀ ਤੇ ਖਾਸ ਕਰਕੇ ਪੰਜਾਬੀ ਮਹਿਲਾ ਦਾ ਨਾਂ ਆਉਂਦੀਆਂ ਰਾਸ਼ਟਰਪਤੀ ਚੋਣਾਂ ਦੇ ਲਈ ਇੱਕ ਮਜ਼ਬੂਤ ਦਾਅਵੇਦਾਰ ਵਜੋਂ ਸਾਹਮਣੇ ਆ ਰਿਹਾ ਤੇ ਇਹ ਨਾਮ ਹੈ ਹਰਮੀਤ ਕੌਰ ਢਿੱਲੋਂ ਦਾ। ਰਿਪੋਰਟ ਦਿਖਾਉਂਦੇ ठाकर तुम पे अरदास जियो पिंड सब तेरी रास तुम माता पिता ਅਰਦਾਸ ਦੇ ਨਾਲ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੀ ਸ਼ੁਰੂਆਤ ਕਰਾ ਰਹੀ ਹੈ ਨੇ ਹਰਮੀਤ ਕੌਰ ਢਿੱਲੋਂ। ਅਮਰੀਕਾ ਦੇ ਕੈਲੀਫੋਰਨੀਆ ਵਿੱਚ ਵਕਾਲਤ ਦੀ ਪ੍ਰੈਕਟਿਸ ਕਰ ਰਹੀ ਹਰਮੀਤ ਉਹ ਚਿਹਰਾ ਨੇ ਜੋ ਵਾਈਟ ਹਾਊਸ ਦਾ ਚੁਣਿਆ ਗਿਆ ਵਾਰਿਸ ਬਣਨ ਦਾ ਦਮ ਰੱਖਦਾ ਹੈ। ਜੀ ਹਾਂ, 2016 ਵਿੱਚ ਹੋਈ ਨੈਸ਼ਨਲ ਕਨਵੈਨਸ਼ਨ ਤੋਂ ਬਾਅਦ ਹਰਮੀਤ ਲਗਾਤਾਰ ਅੱਗੇ ਵਧ ਰਹੇ ਨੇ। ਚੰਡੀਗੜ੍ਹ ਦੀ ਜੰਪਲ ਅਤੇ ਮਾਪਿਓ ਦੇ ਨਾਲ ਪਹਿਲਾਂ ਬ੍ਰਿਟੇਨ ਅਤੇ ਫਿਰ ਨਿਊਯਾਰਕ ਜਾ ਕੇ ਵਸਣ ਵਾਲੀ ਹਰਮੀਤ ਦੇ ਪਿਤਾ ਹੱਡੀਆਂ ਦੇ ਡਾਕਟਰ ਨੇ ਤੇ ਹਰਮੀਤ ਖੁਦ ਵਕਾਲਤ ਦੇ ਨਾਲ-ਨਾਲ ਸਿਆਸਤ ਵਿੱਚ ਵੀ ਦਖਲ ਰੱਖਦੇ ਨੇ। ਸਾਲ 2020 ਦੇ ਵਿੱਚ ਡੋਨਲਡ ਟਰੰਪ ਦੇ ਕੈਂਪੇਨ ਦੀ ਹਰਮੀਤ ਕਾਨੂੰਨੀ ਸਲਾਹਕਾਰ ਰਹੀ ਸੀ। 2017 ਵਿੱਚ ਟਰੰਪ ਨੇ ਰੋਨਾ ਮੈਕਡੈਨੀਅਲ ਨੂੰ ਪਾਰਟੀ ਦੀ ਚੇਅਰਵੁਮਨ ਚੁਣਿਆ ਸੀ, ਜਿਸ ਨੂੰ ਹੁਣ ਸੇਵਾ ਤੋਂ ਆਜ਼ਾਦ ਕਰਨ ਦੀ ਵਕਾਲਤ ਹਰਮੀਤ ਢਿੱਲੋਂ ਕਰ ਰਹੇ ਨੇ। The chair has had 6 years of leadership, and in those 6 years we have successively lost the White House, the Senate, and the House, and now barely performed in this promised red wave. And so I think it's time to thank her for her service and move on and try something different. And that's what I offer. ਹਾਲਾਂਕਿ ਰੋਨਾ ਮੈਕਡੈਨੀਅਲ ਨੂੰ ਹਰਾਣਾ ਅਤੇ ਰਿਪਬਲਿਕਨ ਦਾ ਚੇਅਰਮੈਨ ਬਣਨਾ ਹਰਮੀਤ ਲਈ ਇੰਨਾ ਸੌਖਾ ਵੀ ਨਹੀਂ ਹੈ। ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਤਾਂ ਰਿਪਬਲਿਕਨ ਪਾਰਟੀ ਦੇ ਅੰਦਰ ਹੀ ਹਰਮੀਤ ਦੇ ਸਿੱਖ ਧਰਮ ਤੋਂ ਹੋਣ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਰ ਕੰਜ਼ਰਵੇਟਿਵ ਯਾਨੀ ਕੱਟੜ ਸੋਚ ਵਾਲੀ ਰਿਪਬਲਿਕਨ ਪਾਰਟੀ ਨੂੰ ਇੱਕ ਗੈਰ ਮਜ਼ਹਬ ਤੋਂ ਆਇਆ ਸ਼ਖਸ ਕਿਵੇਂ ਲੀਡ ਕਰ ਸਕਦਾ ਹੈ, ਜਦਕਿ ਪਾਰਟੀ ਦੇ ਜ਼ਿਆਦਾਤਰ ਮੈਂਬਰ ਈਸਾਈ ਧਰਮ ਦੇ ਨਾਲ ਤਾਲੁਕ ਰੱਖਦੇ ਨੇ। ਪਰ ਇਸ ਸਵਾਲ ਦੇ ਸਾਹਮਣੇ ਆਉਣ ਦੇ ਨਾਲ ਹੀ ਸਵਾਲ ਰਿਪਬਲਿਕਨ ਪਾਰਟੀ ਦੇ ਵੱਲੋਂ ਆਪਣੇ ਅਕਸ ਨੂੰ ਸੈਕੂਲਰ ਵਿਖਾਣ ਤੇ ਵੀ ਉੱਠ ਰਹੇ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤੇ ਗੱਲ ਲੋਹੜੀ ਦੇ ਤਿਉਹਾਰ ਦੀ ਭੰਗੜੇ ਦੀਆਂ ਕੁਝ ਤਸਵੀਰਾਂ ਦਿਖਾਉਂਦੇ ਹਾਂ ਤੇ ਭੰਗੜਾ ਪਾਇਆ ਜਾ ਰਿਹਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ। ਤਸਵੀਰਾਂ ਲੁਧਿਆਣਾ ਤੋਂ ਨੇ, ਜਿੱਥੇ ਭਾਰਤ ਜੋੜੋ ਯਾਤਰਾ ਦੇ ਕੈਂਪ ਦੇ ਵਿੱਚ ਲੋਹੜੀ ਦਾ ਸਮਾਗਮ ਕਰਵਾਇਆ ਗਿਆ ਔਰ ਇਸ ਸਮਾਗਮ ਦੇ ਵਿੱਚ ਰਾਜਾ ਵੜਿੰਗ ਢੋਲ ਦੀ ਥਾਪ ਤੇ ਥਿਰਕਦੇ ਨਜ਼ਰ ਆਏ। ਹਰੀਸ਼ ਚੌਧਰੀ ਵੀ ਨੱਚਦੇ ਦਿਖਾਈ ਦੇ ਰਹੇ ਨੇ ਤਸਵੀਰਾਂ ਦੇ ਵਿੱਚ।